Hello students, hope you all are safe and healthy at home. Students, in this COVID-19, we must take some safety precautions like wearing of the masks, using the sanitizers, washing our hands and keeping social distancing. So ਅੱਜ ਜੋ ਆਪਾਂ ਟੌਪਿਕ ਕਰਾਂਗੇ ਉਹ ਵੀ ਇੱਕ ਮੈਟੈਲਿਕ ਕੋਟਿੰਗ ਪ੍ਰੋਸੈਸਿਸ ਦਾ ਪਾਰਟ ਹੈ that is electroplating. ਸੋ ਪਹਿਲਾਂ ਜਾਣ ਲੈਂਦੇ ਹਾਂ ਕਿ electroplating ਕੀ ਹੈ। It is the process of depositing the thin layer of one metal over the other. So एक process है ਜਿਹਦੇ ਨਾਲ ਅਸੀਂ ਇੱਕ metal ਤੋਂ ਦੂਸਰੇ metal ਤੱਕ thin layer ਨੂੰ deposit ਕਰ ਦਿੰਦੇ ਹਾਂ। ਮਤਲਬ ਇੱਕ material ਤੋਂ ਇੱਕ metal ਤੋਂ ਦੂਸਰੇ metal ਤੱਕ ਆਪਾਂ ਇੱਕ thin layer ਚੜਾ ਦਿੰਦੇ ਹਾਂ। ਠੀਕ ਹੈ, ਉਸ process ਨੂੰ ਆਪਾਂ ਕਹਿੰਦੇ ਹਾਂ electroplating. Coating is done from metal to metal. metal ਤੋਂ metal coating ਹੁੰਦੀ ਹੈ ਜੀ। क्यों होंगी है, आप क्रोजन तो बचाने के वास्ते आप कोटिंग करते हैं, प्रिवेंट्स फ्रॉम द क्रोजन, या आप डेकोरेटिव परपसिस के वास्ते जिदा आप देखते हैं कि आर्टिफिशियल ज्वैलरी ठीक है अवेलेबल होंगी मार्केट के जी कि तुहानू देखने दे विच गोल्ड या सिल्वर लगती है, पर नहीं वो की होंदा उहदे विच इलैक्ट्रोप्लेटिंग की होंगी है। सो मटीरियल कैन बी यूज फॉर द लॉन्ग टाइम। जो असी किसी मटीरियल की इलैक्ट्रोप्लेटिंग कर देंगे हैं ਉਹਨੂੰ ਕਰੋਜ਼ਨ ਤੋਂ ਅਸੀਂ ਬਚਾ ਲੈਂਦੇ ਹਾਂ, ਔਰ ਹੁੰਦਾ ਕੀ ਹੈ ਅਸੀਂ ਉਹਦੀ ਲਾਈਫ ਵੀ ਇਨਕਰੀਜ਼ ਕਰ ਦਿੰਦੇ ਹਾਂ। ਅਸੀਂ ਉਹਨੂੰ ਜ਼ਿਆਦਾ ਦੇਰ ਤੱਕ ਆਪਾਂ ਯੂਜ਼ ਕਰ ਸਕਦੇ ਹਾਂ ਉਸ ਮਟੀਰੀਅਲ ਨੂੰ। ਗੁੱਡ ਅਪੀਅਰੈਂਸ ਆਉਂਦੀ ਹੈ ਇਲੈਕਟ੍ਰੋਪਲੇਟਿੰਗ ਕਰਕੇ, ਮਤਲਬ ਇੱਕ ਐਸਥੈਟਿਕ ਅਪੀਲ ਆਉਂਦੀ ਹੈ ਕਿ ਦੇਖਣ ਨੂੰ ਚੀਜ਼ ਵਧੀਆ ਲੱਗਦੀ ਹੈ ਇਲੈਕਟ੍ਰੋਪਲੇਟਿੰਗ ਦੇ ਨਾਲ। ਜਦੋਂ ਅਸੀਂ ਕੋਟਿੰਗ ਕਰ ਦਿੱਤੀ ਇੱਕ ਮੈਟਲ ਤੋਂ ਦੂਜੇ ਮੈਟਲ ਤੱਕ, ਤਾਂ ਉਹ ਜਿਹਦੇ ਉੱਪਰ ਕੋਟਿੰਗ ਕੀਤੀ ਹੈ ਉਹ ਜਿਹੜਾ ਮੈਟਲ ਹੋਏਗਾ ਉਹਦੀ ਅਪੀਅਰੈਂਸ ਅੱਛੀ ਆਏਗੀ। ਉਸ ਤੋਂ ਬਾਅਦ ਆਪਾਂ ਇਹਦਾ ਪ੍ਰੋਸੈਸ ਦੇਖਦੇ ਹਾਂ, ਰਿਕੁਆਇਰਮੈਂਟਸ ਦੇਖਦੇ ਹਾਂ ਪਹਿਲੇ ਇਲੈਕਟ੍ਰੋਪਲੇਟਿੰਗ ਪ੍ਰੋਸੈਸ ਦੀਆਂ। ਸਾਨੂੰ ਸਭ ਤੋਂ ਪਹਿਲਾਂ ਬੈਟਰੀ ਰਿਕੁਆਇਰਡ ਹੈ, DC ਬੈਟਰੀ ਸਾਨੂੰ ਚਾਹੀਦੀ ਹੈ। ਉਸ ਤੋਂ ਬਾਅਦ ਇਲੈਕਟ੍ਰੋਲਾਈਟ ਸੋਲਿਊਸ਼ਨ ਰਿਕੁਆਇਰਡ ਹੈ ਜੀ। ਦੈਨ ਇਜ਼ योर ਐਨੋਡ ਔਰ ਕੈਥੋਡ। ਸਟੂਡੈਂਟਸ ਬੈਟਰੀ ਜੋ ਆਪਾਂ ਇਹਦੇ ਵਿੱਚ ਯੂਜ਼ ਕਰਾਂਗੇ ਆਪਾਂ ਲੋ ਕਰੰਟ ਦੇਵਾਂਗੇ। ਠੀਕ ਹੈ, ਲੋ ਕਰੰਟ ਆਪਾਂ ਜ਼ਿਆਦਾ ਸਮੇਂ ਵਾਸਤੇ ਦੇਵਾਂਗੇ ਤਾਂ ਜੋ ਜਿਹੜੀ ਸਾਡੀ ਡਿਸਟ੍ਰੀਬਿਊਸ਼ਨ ਹੋਵੇ, ਜਿਹੜੀ ਇੱਕ ਮੈਟਲ ਤੋਂ ਦੂਸਰੇ ਮੈਟਲ ਤੱਕ ਆਪਾਂ ਥਿਨ ਲੇਅਰ ਡਿਪੋਜ਼ਿਟ ਕਰਨੀ ਹੈ, ਜਿਹੜੀ ਡਿਸਟ੍ਰੀਬਿਊਸ਼ਨ ਹੋਵੇ ਦੈਟ ਡਿਸਟ੍ਰੀਬਿਊਸ਼ਨ ਸ਼ੁੱਡ ਬੀ ਦਾ ਯੂਨੀਫਾਰਮ ਡਿਸਟ੍ਰੀਬਿਊਸ਼ਨ। ਇਸ ਕਰਕੇ ਆਪਾਂ ਲੋ ਕਰੰਟ ਦੇਵਾਂਗੇ ਔਰ ਲੰਬੇ ਟਾਈਮ ਤੱਕ ਆਪਾਂ ਦੇਵਾਂਗੇ। ਲੋ ਕਰੰਟ ਇਜ਼ ਯੂਜ਼ਡ ਫॉर ਦਾ ਲੌਂਗਰ ਟਾਈਮ, ਕਿਉਂ? ਤਾਂ ਜੋ ਸਾਡੀ ਯੂਨੀਫਾਰਮ ਡਿਸਟ੍ਰੀਬਿਊਸ਼ਨ ਹੋਵੇ ਜੋ ਆਪਾਂ ਇੱਕ ਮੈਟਲ ਤੋਂ ਦੂਸਰੇ ਮੈਟਲ ਤੱਕ ਆਪਾਂ ਡਿਪੋਜ਼ਿਟ ਕਰਨਾ ਮਟੀਰੀਅਲ ਨੂੰ। ਇਲੈਕਟ੍ਰੋਲਾਈਟ ਆਪਾਂ ਯੂਜ਼ ਕਰਦੇ ਹਾਂ ਬੇਸ ਮੈਟਲ ਦਾ। ਹੁਣ ਐਕਚੁਅਲੀ ਪਹਿਲਾਂ ਐਨੋਡ ਔਰ ਕੈਥੋਡ ਨੂੰ ਸਮਝਦੇ ਹਾਂ। ਐਨੋਡ ਨੂੰ ਆਪਾਂ ਕਰਦੇ ਹਾਂ ਜੀ ਪੋਜ਼ਿਟਿਵ ਟਰਮੀਨਲ ਆਫ ਬੈਟਰੀ ਨਾਲ ਕਨੈਕਟ ਕਰਾਂਗੇ, ਔਰ ਐਨੋਡ ਕੀ ਚੀਜ਼ ਹੋਏਗੀ, ਜਿਹੜੇ ਮੈਟਲ ਤੋਂ ਤੁਸੀਂ ਕੋਟਿੰਗ ਕਰਨੀ ਹੈ, ਜਿਹੜਾ ਮੈਟਲ ਫਰੋਮ ਵਿਚ ਕੋਟਿੰਗ ਇਜ਼ ਟੂ ਬੀ ਡਨ। ਇੱਕ ਹੋਏਗਾ ਜਿਹੜੇ ਮੈਟਲ ਤੋਂ ਕੋਟਿੰਗ ਕਰਨੀ ਹੈ, ਇੱਕ ਹੋਏਗਾ ਜਿਹੜੇ ਮੈਟਲ ਦੇ ਉੱਪਰ ਕੋਟਿੰਗ ਕਰਨੀ ਹੈ। ਹੁਣ ਐਨੋਡ ਆਪਾਂ ਕਿਹਨੂੰ ਬਣਾਵਾਂਗੇ, ਜਿਹੜੇ ਮੈਟਲ ਤੋਂ ਕੋਟਿੰਗ ਤੁਸੀਂ ਕਰਨੀ ਹੈ ਦੈਟ ਇਜ਼ ਮੇਡ ਐਜ਼ ਐਨੋਡ, ਮਤਲਬ ਉਹਨੂੰ ਤੁਸੀਂ ਪੋਜ਼ਿਟਿਵ ਟਰਮੀਨਲ ਆਫ ਬੈਟਰੀ ਦੇ ਨਾਲ ਕਨੈਕਟ ਕਰੋਗੇ। ਔਰ ਜਿਹੜੇ ਮੈਟਲ ਦੇ ਉੱਪਰ ਤੁਸੀਂ ਕੋਟਿੰਗ ਕਰਨੀ ਹੈ that is connected to the negative terminal of the battery, means ਉਹਨੂੰ ਆਪਾਂ ਕੈਥੋਡ ਬਣਾਵਾਂਗੇ। ਔਰ ਜਿਹੜਾ ਤੁਹਾਡਾ ਇਲੈਕਟ੍ਰੋਲਾਈਟ ਹੋਏਗਾ, ਇਲੈਕਟ੍ਰੋਲਾਈਟ ਬੇਸ ਮੈਟਲ ਦਾ ਤੁਸੀਂ ਯੂਜ਼ ਕਰੋਗੇ। ਮਤਲਬ ਬੇਸ ਮੈਟਲ ਮੀਨਸ ਜਿਹੜੇ ਮੈਟਲ ਤੋਂ ਤੁਸੀਂ ਕੋਟਿੰਗ ਕਰਨੀ ਹੈ, ਜਿਹਨੂੰ ਤੁਸੀਂ ਐਨੋਡ ਬਣਾਇਆ, ਉਹਦਾ ਹੀ ਬੇਸ ਮੈਟਲ ਤੁਸੀਂ ਯੂਜ਼ ਕਰੋਗੇ ਐਜ਼ ਏ ਇਲੈਕਟ੍ਰੋਲਾਈਟ। ਜਿੱਦਾਂ ਤੁਸੀਂ ਕਾਪਰ ਦੀ ਕੋਟਿੰਗ ਕਰਨੀ ਹੈ, ਬਰਾਸ ਦੇ ਉੱਪਰ ਕਰਨੀ ਹੈ, ਤਾਂ ਤੁਸੀਂ ਕਾਪਰ ਸਲਫੇਟ ਯੂਜ਼ ਕਰੋਗੇ ਐਜ਼ ਏ ਇਲੈਕਟ੍ਰੋਲਾਈਟ ਸੋਲਿਊਸ਼ਨ। ਸੋ ਇਹਦੀ ਵਰਕਿੰਗ ਸਮਝਦੇ ਹਾਂ ਇਲੈਕਟ੍ਰੋਪਲੇਟਿੰਗ ਦੀ। ਇੱਕ ਐਗਜ਼ਾਮਪਲ ਲੈਂਦੇ ਹਾਂ, ਜਿੱਦਾਂ ਆਪਾਂ ਹੁਣੇ ਗੱਲ ਕੀਤੀ ਕਿ ਸਪੋਜ਼ ਕਾਪਰ ਇਜ਼ ਟੂ ਬੀ ਡਿਪੋਜ਼ਿਟਡ ਔਨ ਦਾ ਬਰਾਸ। ਕਾਪਰ ਨੂੰ ਅਸੀਂ ਬਰਾਸ ਦੇ ਉੱਪਰ ਡਿਪੋਜ਼ਿਟ ਕਰਨਾ। ਸੋ ਆਪਾਂ ਕੀ ਕਰਾਂਗੇ, ਇੱਕ ਸਾਡੇ ਕੋਲ DC ਬੈਟਰੀ ਹੈ ਜਿਹਦਾ ਪੋਜ਼ਿਟਿਵ ਟਰਮੀਨਲ ਆਪਾਂ ਕਿਹਨੂੰ ਪ੍ਰੋਵਾਈਡ ਕੀਤਾ, ਆਪਾਂ ਐਨੋਡ ਨੂੰ ਪ੍ਰੋਵਾਈਡ ਕੀਤਾ। ਦਿਸ ਇਜ਼ ਯੋਰ ਐਨੋਡ, ਮਤਲਬ ਜਿਹੜੇ ਮੈਟਲ ਤੋਂ ਕੋਟਿੰਗ ਆਪਾਂ ਕਰਨੀ ਹੈ, ਫਰੋਮ ਵਿਚ ਕੋਟਿੰਗ ਇਜ਼ ਟੂ ਬੀ ਡਨ, ਉਹਨੂੰ ਆਪਾਂ ਕੀ ਦਿੱਤਾ, ਉਹਨੂੰ ਆਪਾਂ ਐਨੋਡ ਬਣਾਇਆ that is connected to the positive terminal of the battery। ਕਾਪਰ ਤੋਂ ਅਸੀਂ ਕੋਟਿੰਗ ਕਰਨੀ ਹੈ ਬਰਾਸ ਦੇ ਉੱਪਰ, ਸੋ ਐਨੋਡ ਇਜ਼ ਮੇਡ ਐਜ਼, ਜਿਹੜਾ ਕਾਪਰ ਹੈ ਉਹਨੂੰ ਆਪਾਂ ਐਨੋਡ ਬਣਾਇਆ, ਔਰ ਦਿਸ ਇਜ਼ ਕੈਥੋਡ, ਮਤਲਬ ਇਹਦੇ ਉੱਪਰ ਅਸੀਂ ਕਾਪਰ ਦੀ ਕੋਟਿੰਗ ਕਰਨੀ ਹੈ। ਇਹ ਉਹ ਮੈਟਲ ਹੈ ਜਿਹਦੇ ਉੱਪਰ ਤੁਸੀਂ ਕੋਟਿੰਗ ਕਰਨੀ ਹੈ, ਤਾਂ ਇਹਨੂੰ ਤੁਸੀਂ ਨੈਗੇਟਿਵ ਟਰਮੀਨਲ ਆਫ ਬੈਟਰੀ ਦੇ ਨਾਲ ਕਨੈਕਟ ਕੀਤਾ, ਇਹਨੂੰ ਆਪਾਂ ਕੈਥੋਡ ਬਣਾਤਾ। ਇਲੈਕਟ੍ਰੋਲਾਈਟ ਆਪਾਂ ਗੱਲ ਕੀਤੀ ਸੀਗੀ ਕਿ ਜਿਹੜਾ ਬੇਸ ਮੈਟਲ ਹੋਏਗਾ ਉਹਦਾ ਆਪਾਂ ਇਲੈਕਟ੍ਰੋਲਾਈਟ ਸੋਲਿਊਸ਼ਨ ਯੂਜ਼ ਕਰਾਂਗੇ। ਸੋ ਬੇਸ ਮੈਟਲ ਕੀ ਹੈ, ਇੱਥੇ ਕਾਪਰ ਦੀ ਕੋਟਿੰਗ ਕਰਨੀ ਹੈ, ਸੋ ਆਪਾਂ ਕਾਪਰ ਸਲਫੇਟ ਨੂੰ ਯੂਜ਼ ਕੀਤਾ ਐਜ਼ ਇਲੈਕਟ੍ਰੋਲਾਈਟ ਸੋਲਿਊਸ਼ਨ। ਹੁਣ ਇਹਦੇ ਵਿੱਚ ਕੀ ਹੋਏਗਾ, ਜਿੱਦਾਂ ਤੁਸੀਂ ਬੈਟਰੀ ਸਪਲਾਈ ਪ੍ਰੋਵਾਈਡ ਕਰਦੇ ਹੋ, ਅਸੀਂ ਬੈਟਰੀ ਦੇ ਵਿੱਚ ਪਹਿਲੀ ਗੱਲ ਕੀਤੀ ਕਿ ਆਪਾਂ ਲੋ ਕਰੰਟ ਦੇਵਾਂਗੇ
ਤਾਂ ਜੋ ਔਰ ਲੌਂਗਰ ਟਾਈਮ ਦੇ ਵਾਸਤੇ ਆਪਾਂ ਦੇਵਾਂਗੇ ਤਾਂ ਜੋ ਜਿਹੜੀ ਸਾਡੀ ਡਿਪੋਜੀਸ਼ਨ ਹੈ, ਜਿਹੜਾ ਸਾਡਾ ਕਾਪਰ ਦਾ ਮੈਟਲ ਸਾਡਾ ਇਹਦੇ ਉੱਪਰ ਡਿਪੋਜ਼ਿਟ ਹੋਣਾ, ਉਹ ਯੂਨੀਫਾਰਮ ਡਿਸਟ੍ਰੀਬਿਊਸ਼ਨ ਹੋਵੇ। ਉਹ ਨਾਨ ਯੂਨੀਫਾਰਮ ਡਿਸਟ੍ਰੀਬਿਊਸ਼ਨ ਨਹੀਂ ਸਾਨੂੰ ਚਾਹੀਦੀ। ਯੂਨੀਫਾਰਮ ਡਿਸਟ੍ਰੀਬਿਊਸ਼ਨ ਦੇ ਵਾਸਤੇ ਆਪਾਂ ਕੀ ਕਰਾਂਗੇ, ਲੋ ਕਰੰਟ ਨੂੰ ਯੂਜ਼ ਕਰਾਂਗੇ ਔਰ ਲੰਬੇ ਸਮੇਂ ਤੱਕ ਆਪਾਂ ਯੂਜ਼ ਕਰਾਂਗੇ। ਹੁਣ ਹੋਏਗਾ ਕਿ ਜਦੋਂ ਤੁਸੀਂ ਪੋਜ਼ਿਟਿਵ ਟਰਮੀਨਲ ਤੁਸੀਂ ਕਨੈਕਟ ਕਰ ਦਿੱਤਾ ਬੈਟਰੀ ਦਾ ਐਨੋਡ ਦੇ ਨਾਲ ਔਰ ਨੈਗੇਟਿਵ ਟਰਮੀਨਲ ਤੁਸੀਂ ਕਨੈਕਟ ਕਰ ਦਿੱਤਾ ਕੈਥੋਡ ਦੇ ਨਾਲ, ਮੀਨਸ ਹੇਅਰ ਇਜ਼ ਯੋਰ ਐਨੋਡ ਜਿਹੜਾ ਕਿ ਕਾਪਰ ਮੈਟਲ ਹੈ ਔਰ ਇੱਥੇ ਕੀ ਹੈ ਤੁਹਾਡਾ ਕੈਥੋਡ ਜਿਹੜਾ ਕਿ ਬ੍ਰਾਸ ਮੈਟਲ ਹੈ। ਜਦੋਂ ਇਲੈਕਟ੍ਰਿਕ ਕਰੰਟ ਫਲੋ ਹੋਇਆ ਉਹਦੇ ਨਾਲ ਕੀ ਹੋਏਗਾ, ਕਾਪਰ 2 Cu2 ਪੋਜ਼ਿਟਿਵ ਆਇਨਸ, ਇਹਦੇ ਜਿਹੜੇ ਕਾਪਰ ਆਇਨਸ ਹੈ ਉਹ ਕੀ ਕਰਨਗੇ, ਉਹ ਸੋਲਿਊਸ਼ਨ ਦੇ ਵਿੱਚ ਐਡ ਅਪ ਹੋ ਜਾਣਗੇ, ਇਸ ਕਾਪਰ ਸਲਫੇਟ ਸੋਲਿਊਸ਼ਨ ਦੇ ਵਿੱਚ ਐਡ ਅਪ ਹੋ ਜਾਣਗੇ। ਹੁਣ ਜਦੋਂ ਕਾਪਰ ਦੇ ਪੋਜ਼ਿਟਿਵ ਆਇਨਸ ਇਸ ਸੋਲਿਊਸ਼ਨ ਦੇ ਵਿੱਚ ਐਡ ਅਪ ਹੋ ਗਏ ਤਾਂ ਬੈਲੈਂਸਿੰਗ ਦੇ ਵਾਸਤੇ ਜਿਹੜੇ ਇਲੈਕਟ੍ਰੋਨਸ ਹੈ, 2 ਇਲੈਕਟ੍ਰੋਨਸ ਕੀ ਕਰਨਗੇ, ਉਹ ਫਲੋ ਕਰ ਜਾਣਗੇ ਟੂਵਰਡਸ ਦਿਸ ਕੈਥੋਡ। ਇਲੈਕਟ੍ਰੋਨਸ ਜਿਹੜੇ ਫਲੋ ਕਰਨਗੇ that will be opposite to the current, ਜਿਸ ਸਾਈਡ ਨੂੰ ਕਰੰਟ ਫਲੋ ਕਰ ਰਿਹਾ ਉਸ ਤੋਂ ਆਪੋਜ਼ਿਟ ਫਲੋ ਕਰਨਗੇ। ਠੀਕ ਹੈ, ਜਦੋਂ ਕਾਪਰ ਦੇ ਪੋਜ਼ਿਟਿਵ ਆਇਨ ਸੋਲਿਊਸ਼ਨ ਦੇ ਵਿੱਚ ਐਡ ਅਪ ਹੋ ਗਏ ਤਾਂ ਬੈਲੈਂਸਿੰਗ ਦੇ ਵਾਸਤੇ ਕਾਪਰ ਦੇ 2 ਪੋਜ਼ਿਟਿਵ ਆਇਨਸ ਹੋਣਗੇ। ਠੀਕ ਹੈ, ਜਿਹੜੇ ਸੋਲਿਊਸ਼ਨ 'ਚ ਐਡ ਅਪ ਹੋਣਗੇ ਤਾਂ 2 ਹੀ ਇਲੈਕਟ੍ਰੋਨਸ ਬੈਲੈਂਸਿੰਗ ਦੇ ਵਾਸਤੇ ਇਸ ਕੈਥੋਡ ਦੇ ਉੱਪਰ ਚਲੇ ਜਾਣਗੇ। ਹੁਣ ਹੋਏਗਾ ਕਿ ਇਸ ਕੈਥੋਡ ਦੇ ਉੱਪਰ ਇਲੈਕਟ੍ਰੋਨਸ ਅਬੰਡੈਂਸ ਦੇ ਵਿੱਚ ਆ ਗਏ। ਜਦੋਂ ਇਲੈਕਟ੍ਰੋਨਸ ਅਬੰਡੈਂਸ ਦੇ ਵਿੱਚ ਆ ਗਏ ਤਾਂ ਕਾਪਰ ਸਲਫੇਟ ਸੋਲਿਊਸ਼ਨ ਦੇ ਵਿੱਚੋਂ ਜਿਹੜੇ Cu2 ਪੋਜ਼ਿਟਿਵ ਆਇਨਸ ਹੈ ਉਹ ਕੀ ਕਰਨਗੇ, ਉਹ ਇਸ ਸੋਲਿਊਸ਼ਨ ਦੇ ਵਿੱਚੋਂ ਇਹਦੇ ਵੱਲ ਜਾਣਗੇ ਕਿਉਂਕਿ ਇਹਦੇ ਵਿੱਚ ਇਲੈਕਟ੍ਰੋਨਸ ਅਬੰਡੈਂਸ ਦੇ ਵਿੱਚ ਹੈ। ਸੋ ਜੇ ਇਹ ਨੈਗੇਟਿਵ ਚਾਰਜ ਹੈ, ਇਹਦੇ ਵਿੱਚ ਜਿਹੜਾ ਪੋਜ਼ਿਟਿਵ ਚਾਰਜ ਹੋਏਗਾ ਸੋਲਿਊਸ਼ਨ ਦੇ ਵਿੱਚ ਉਹ ਅਟਰੈਕਟ ਕਰੇਗਾ ਇਹਦੇ ਵੱਲ। ਪੋਜ਼ਿਟਿਵ ਚਾਰਜ ਕੀ ਹੈ, CuSO4 ਸੋਲਿਊਸ਼ਨ ਦੇ ਵਿੱਚ ਕਾਪਰ ਦੇ ਆਇਨਸ ਕੀ ਕਰਨਗੇ, ਇਸ ਕੈਥੋਡ ਦੇ ਵੱਲ ਡਿਪੋਜ਼ਿਟ ਹੋਣਗੇ। ਜਦੋਂ ਕੈਥੋਡ ਦੇ ਵੱਲ ਕਾਪਰ ਦੇ ਆਇਨਸ ਡਿਪੋਜ਼ਿਟ ਕਰ ਗਏ ਤਾਂ ਜਿਹੜੇ ਸਲਫੇਟ ਆਇਨਸ ਹੈ ਸੋਲਿਊਸ਼ਨ ਦੇ ਵਿੱਚ ਉਹ ਕਿੱਧਰ ਜਾਣਗੇ, ਉਹ ਐਨੋਡ ਦੇ ਵੱਲ ਅਟਰੈਕਟ ਕਰਨਗੇ ਕਿਉਂਕਿ ਸਲਫੇਟ ਦੇ ਕੋਲ ਨੈਗੇਟਿਵ ਚਾਰਜ ਹੈ, ਉਹ ਪੋਜ਼ਿਟਿਵ ਦੇ ਵੱਲ ਅਟਰੈਕਟ ਹੋਣਗੇ ਐਨੋਡ ਦੇ ਵੱਲ। ਹੁਣ ਕਾਪਰ ਡਿਪੋਜ਼ਿਟ ਹੋ ਗਿਆ ਇਹਦੇ ਉੱਪਰ ਕੈਥੋਡ ਦੇ ਉੱਪਰ Cu ਪੋਜ਼ਿਟਿਵ ਆਇਨਸ, ਸਲਫੇਟ ਜਿਹੜਾ ਹੋਏਗਾ ਸਲਫੇਟ ਦੇ ਆਇਨਸ ਡਿਪੋਜ਼ਿਟ ਹੋ ਜਾਣਗੇ ਇਹਦੇ ਉੱਪਰ। ਸਲਫੇਟ ਦੇ ਆਇਨਸ ਇਹਦੇ ਨਾਲ, ਇਹਦੇ ਵਿੱਚ ਕਾਪਰ ਹੈ, ਕਾਪਰ ਦੇ ਨਾਲ ਮਿਲ ਕੇ ਫਿਰ ਕੀ ਕਰਨਗੇ, ਕਾਪਰ ਸਲਫੇਟ ਦਾ ਸੋਲਿਊਸ਼ਨ ਬਣਾ ਦੇਣਗੇ। ਉਹ ਕਾਪਰ ਸਲਫੇਟ ਦਾ ਸੋਲਿਊਸ਼ਨ ਬਣ ਗਿਆ ਇੱਥੇ ਤਾਂ ਹੋਏਗਾ ਕੀ, ਵਿਦ ਟਾਈਮ ਕੀ ਹੋਏਗਾ, ਐਨੋਡ ਦੇ ਉੱਪਰ ਕੀ ਹੋਏਗਾ, ਜਿਹੜਾ ਮਾਸ ਹੈ ਉਹ ਹੌਲੀ ਹੌਲੀ ਘਟਦਾ ਜਾਏਗਾ, ਮਾਸ ਡਿਕਰੀਜ਼ਸ ਔਨ ਦਾ ਐਨੋਡ। ਠੀਕ ਹੈ, ਔਰ ਕੈਥੋਡ ਦੇ ਉੱਪਰ ਕੀ ਹੋਏਗਾ, ਮਾਸ ਜਿਹੜਾ ਹੋਏਗਾ ਉਹ ਇਨਕਰੀਜ਼ ਕਰਦਾ ਜਾਏਗਾ ਵਿਦ ਟਾਈਮ। ਕਿਉਂਕਿ देयर इज द डेपोजिशन ऑफ द मटीरियल, ਇੱਥੇ ਕੀ ਹੈ, ਮੈਟਲ ਦੀ ਡੈਪੋਜੀਸ਼ਨ ਹੁੰਦੀ ਪਈ ਹੈ ਔਰ ਇੱਥੇ ਸਲਫੇਟ ਆਇਨਸ ਦੀ ਡੈਪੋਜੀਸ਼ਨ ਤਾਂ ਹੋਈ। ਠੀਕ ਹੈ, ਪਰ ਉਹ ਕੀ ਕਰੇਗਾ, ਇਸ ਕਾਪਰ ਦੇ ਨਾਲ ਦੁਬਾਰਾ ਕਾਪਰ ਸਲਫੇਟ ਦਾ ਸੋਲਿਊਸ਼ਨ ਬਣਾਉਂਦਾ ਜਾਏਗਾ ਔਰ ਕੀ ਹੋਏਗਾ, ਇਹ ਜਿਹੜਾ ਮੈਟਲ ਹੈ ਤੁਹਾਡਾ ਘਟਦਾ ਜਾਏਗਾ, ਇਹਦਾ ਮਾਸ ਘਟਦਾ ਜਾਏਗਾ ਔਰ ਇਹ ਜਿਹੜਾ ਮਟੀਰੀਅਲ ਹੈ, ਇਹ ਜਿਹੜਾ ਮੈਟਲ ਹੈ ਕੈਥੋਡ ਵਾਲਾ, ਇਹਦੇ ਉੱਪਰ ਮਾਸ ਡੈਪੋਜੀਸ਼ਨ ਹੁੰਦਾ ਜਾਏਗਾ, ਇਹਦੇ ਉੱਪਰ ਮੈਟਲ ਡੈਪੋਜ਼ਿਟ ਹੁੰਦਾ ਜਾਏਗਾ ਤਾਂ ਇਹਦਾ ਜਿਹੜਾ ਮਾਸ ਹੈ ਉਹ ਇਨਕਰੀਜ਼ ਕਰਦਾ ਜਾਏਗਾ। ਸੋ ਇਦਾਂ ਸਾਡੀ ਇਲੈਕਟ੍ਰੋਪਲੇਟਿੰਗ ਹੋਏਗੀ। ਆਪਾਂ ਦੁਬਾਰਾ ਦੇਖ ਲੈਂਦੇ ਇੱਕ ਵਾਰੀ, ਜਦੋਂ ਅਸੀਂ ਇਲੈਕਟ੍ਰਿਕ ਸਪਲਾਈ ਦਿੱਤੀ ਉਹਦੇ ਨਾਲ ਕੀ ਹੋਇਆ, ਕਾਪਰ ਦੇ ਜਿਹੜੇ ਪੋਜ਼ਿਟਿਵ ਆਇਨਸ ਹੈ ਉਹ ਸੋਲਿਊਸ਼ਨ ਦੇ ਵਿੱਚ ਐਡ ਅਪ ਹੋ ਗਏ। ਹੁਣ ਬੈਲੈਂਸਿੰਗ ਦੇ ਵਾਸਤੇ 2 ਪੋਜ਼ਿਟਿਵ ਆਇਨਸ ਸੋਲਿਊਸ਼ਨ ਦੇ ਵਿੱਚ ਐਡ ਅਪ ਹੋਏ। ਹੁਣ 2 ਇਲੈਕਟ੍ਰੋਨਸ ਹੀ ਕੈਥੋਡ ਦੇ ਉੱਪਰ ਡਿਪੋਜ਼ਿਟ ਕਰ ਜਾਣਗੇ। ਜਦੋਂ ਕੈਥੋਡ ਦੇ ਉੱਪਰ ਇਲੈਕਟ੍ਰੋਨਸ ਡਿਪੋਜ਼ਿਟ ਕਰ ਗਏ ਤਾਂ ਫਿਰ ਕੀ ਹੋਏਗਾ, ਉਸ ਤੋਂ ਬਾਅਦ ਕਾਪਰ ਸਲਫੇਟ ਦੇ ਵਿੱਚ ਜਿਹੜੇ ਕਾਪਰ ਪੋਜ਼ਿਟਿਵ ਆਇਨਸ ਹੋਏ ਆ, ਹੁਣ ਇੱਥੇ ਅਬੰਡੈਂਸ ਆਫ ਇਲੈਕਟ੍ਰੋਨਸ ਆ ਗਏ ਇਸ ਕੈਥੋਡ ਦੇ ਵਿੱਚ ਤਾਂ Cu ਪੋਜ਼ਿਟਿਵ ਆਇਨਸ ਜਿਹੜੇ ਹੋਣਗੇ ਉਹ ਇਸ ਕੈਥੋਡ ਦੇ ਵੱਲ ਅਟਰੈਕਟ ਕਰਨਗੇ, ਇਹਦੇ ਉੱਪਰ ਡਿਪੋਜ਼ਿਟ ਕਰ ਜਾਣਗੇ। ਸਲਫੇਟ ਆਇਨਸ ਜਿਹੜੇ ਹੋਣਗੇ ਉਹ ਨੈਗੇਟਿਵਲੀ ਚਾਰਜਡ ਹੈ, ਉਹ ਅਟਰੈਕਟ ਕਰਨਗੇ ਇਸ ਪੋਜ਼ਿਟਿਵ ਦੇ ਵੱਲ ਐਨੋਡ ਦੇ ਵੱਲ, ਉਹ ਇਹਦੇ ਉੱਪਰ ਡਿਪੋਜ਼ਿਟ ਕਰ ਜਾਣਗੇ। ਹੁਣ ਸਲਫੇਟ ਆਇਨਸ ਇਹਦੇ ਉੱਪਰ ਜਦੋਂ ਡਿਪੋਜ਼ਿਟ ਕਰ ਗਏ, ਨਾਲ ਇਹਦੇ ਕਾਪਰ ਹੈ, ਉਹ ਕੀ ਕਰਨਗੇ, ਮੁੜ ਕੇ ਕਾਪਰ ਸਲਫੇਟ ਸੋਲਿਊਸ਼ਨ ਬਣਾ ਦੇਣਗੇ। ਠੀਕ ਹੈ, ਸੋ ਇਹਦੇ ਉੱਪਰੋਂ ਜਿਹੜਾ ਮਾਸ ਹੋਏਗਾ, ਮਟੀਰੀਅਲ ਜਿਹੜਾ ਹੋਏਗਾ ਉਹ ਘਟਦਾ ਜਾਏਗਾ। ਕੈਥੋਡ ਦੇ ਉੱਪਰ ਡੈਪੋਜੀਸ਼ਨ ਆਫ ਦਾ ਮਟੀਰੀਅਲ ਹੁੰਦੀ ਪਈ ਹੈ ਕਾਪਰ ਦੀ, ਇਹਦੇ ਉੱਪਰ ਜਿਹੜਾ ਮਾਸ ਹੈ ਦੈਟ ਵਿਲ ਇਨਕਰੀਜ਼ ਵਿਦ ਦਾ ਟਾਈਮ। ਠੀਕ ਹੈ, ਸੋ ਜਿਹੜੀ ਸਾਡੀ ਹੋਏਗੀ ਕਾਪਰ ਦੀ ਜਿਹੜਾ ਬਰਾਸ ਹੋਏਗਾ ਉਹਦੇ ਉੱਪਰ ਕੋਟਿੰਗ ਹੋ ਜਾਏਗੀ ਕਾਪਰ ਦੀ, ਮੀਨਸ ਬਰਾਸ ਨੈਗੇਟਿਵਲੀ ਚਾਰਜਡ ਹੈ, ਇਹਦੇ ਉੱਪਰ ਕੀ ਹੋਏਗੀ, ਕਾਪਰ ਦੀ ਕੋਟਿੰਗ ਹੋ ਜਾਏਗੀ ਔਰ ਜਿਹੜਾ ਕਾਪਰ ਇਟਸੈਲਫ ਹੈ, ਜਿਹੜਾ ਆਪਾਂ ਐਨੋਡ ਬਣਾਇਆ, ਇਹ ਵਿਦ ਟਾਈਮ ਕੀ ਹੋਏਗਾ, ਕਾਪਰ ਸਲਫੇਟ ਸੋਲਿਊਸ਼ਨ ਦੇ ਵਿੱਚ ਡਿਪੋਜ਼ਿਟ ਹੁੰਦਾ ਜਾਏਗਾ, ਇਹਦੇ ਵਿੱਚ ਦੁਬਾਰਾ ਉਹ ਸੋਲਿਊਸ਼ਨ ਐਡ ਅਪ ਹੁੰਦਾ ਜਾਏਗਾ। So this was the working of electroplating। ਐਪਲੀਕੇਸ਼ਨਸ ਦੇਖ ਲੈਂਦੇ ਆ ਕੁਝ ਇਲੈਕਟ੍ਰੋਪਲੇਟਿੰਗ ਪ੍ਰੋਸੈਸ ਦੀਆਂ, ਜਿੱਦਾਂ ਆਪਾਂ ਕਿਹਾ ਸੀ ਕਿ ਆਰਟੀਫੀਸ਼ੀਅਲ ਜਵੈਲਰੀ, ਉਸ ਆਰਟੀਫੀਸ਼ੀਅਲ ਜਵੈਲਰੀ ਤੁਸੀਂ ਦੇਖਦੇ ਹੋ, ਤੁਹਾਨੂੰ ਜਿੱਦਾਂ ਜਵੈਲਰੀ ਨੂੰ ਦੇਖਦੇ ਹੋ ਕਿ 골ਡ ਦੀ
ਜਾਂ ਸਿਲਵਰ ਦੀ ਇਲੈਕਟ੍ਰੋਪਲੇਟਿੰਗ ਕੀਤੀ ਹੁੰਦੀ ਹੈ। ਦੇਖਣ ਨੂੰ ਗੋਲਡ ਜਵੈਲਰੀ ਲੱਗਦੀ ਹੈ ਜਾਂ ਸਿਲਵਰ ਜਵੈਲਰੀ ਲੱਗਦੀ ਹੈ, ਪਰ ਹੁੰਦੀ ਕੀ ਐਕਚੁਅਲ ਦੇ ਵਿੱਚ ਦੈਟ ਇਜ਼ ਦਾ ਇਲੈਕਟ੍ਰੋਪਲੇਟਿੰਗ। ਟਰੋਫੀਜ਼ ਔਰ ਮੈਡਲਸ ਆਪਾਂ ਦੇਖਦੇ ਹਾਂ, ਜਿੱਦਾਂ ਵਿਨਰਸ ਦੀ ਟਰੋਫੀ ਹੈ, ਰਨਰਸ ਅਪ ਦੀ ਟਰੋਫੀ ਹੈ, ਉਹਦੇ ਵਿੱਚ ਵੀ ਕੀ ਹੁੰਦਾ, ਇਲੈਕਟ੍ਰੋਪਲੇਟਿੰਗ ਕੀਤੀ ਹੁੰਦੀ ਹੈ ਯੂਜ਼ਿੰਗ ਗੋਲਡ ਸਿਲਵਰ। ਔਰ ਟੋਇਜ਼ ਬੱਚਿਆਂ ਦੇ ਦੇਖ ਲੈਂਦੇ ਆ, ਕਈ ਆਟੋਮੋਬਾਈਲ ਦੇ ਪਾਰਟਸ ਹੈ ਜਿਹਦੇ ਵਿੱਚ ਤੁਸੀਂ ਇਲੈਕਟ੍ਰੋਪਲੇਟਿੰਗ ਕਰਦੇ ਹੋ, ਬਹੁਤ ਸਾਰੇ ਆਟੋਮੋਬਾਈਲ ਦੇ ਪਾਰਟਸ ਤੁਸੀਂ ਯੂਜ਼ ਕਰਦੇ ਹੋ, ਠੀਕ ਹੈ। ਐਰੋਸਪੇਸ ਦੇ ਕੰਪੋਨੈਂਟਸ, ਅਲੱਗ-ਅਲੱਗ ਤਰ੍ਹਾਂ ਦੇ ਕੰਪੋਨੈਂਟਸ ਲੱਗੇ ਹੁੰਦੇ ਆ, ਉਹਦੇ ਵਿੱਚ ਵੀ ਇਲੈਕਟ੍ਰੋਪਲੇਟਿੰਗ ਕੀਤੀ ਜਾਂਦੀ ਹੈ। ਸੋ ਮੈਰੀਨ ਇੰਡਸਟਰੀ, ਸ਼ਿਪਿੰਗ ਇੰਡਸਟਰੀ ਦੇ ਵਿੱਚ ਵੀ ਇਲੈਕਟ੍ਰੋਪਲੇਟਿੰਗ ਯੂਜ਼ ਹੁੰਦੀ ਹੈ, ਔਰ ਇਲੈਕਟ੍ਰੋਨਿਕਸ ਇੰਡਸਟਰੀ ਦੇ ਵਿੱਚ ਵੀ ਇਲੈਕਟ੍ਰੋਪਲੇਟਿੰਗ ਨੂੰ ਆਪਾਂ ਕਰ ਸਕਦੇ ਹਾਂ। ਇਲੈਕਟ੍ਰੋਪਲੇਟਿੰਗ ਮੀਨਸ ਇੱਕ ਮੈਟਲ ਤੋਂ ਦੂਸਰੇ ਮੈਟਲ ਤੇ ਆਪਾਂ ਕੋਟਿੰਗ ਕਰਨੀ। ਸੋ ਆਪਾਂ ਬਹੁਤ ਸਾਰੇ ਮਟੀਰੀਅਲਸ ਦੀ ਆਪਾਂ ਕੋਟਿੰਗ ਕਰ ਸਕਦੇ ਹਾਂ, ਜਿਵੇਂ ਕਿ ਆਪਾਂ ਜ਼ਿੰਕ ਦੀ ਵੀ ਕੋਟਿੰਗ ਕਰ ਸਕਦੇ ਹਾਂ, ਟਿਨ ਹੋ ਗਿਆ, ਕ੍ਰੋਮੀਅਮ ਹੋ ਗਿਆ, ਇਹਨਾਂ ਸਾਰਿਆਂ ਦੀ ਕੋਟਿੰਗ ਵੀ ਆਪਾਂ ਸਟੀਲ ਦੇ ਉੱਪਰ, ਆਇਰਨ ਦੇ ਉੱਪਰ ਆਪਾਂ ਕਰ ਸਕਦੇ ਹਾਂ। So that was the electroplating process. Hope you have understood, and in the next lecture we will be doing some other topic of metallic coating process. Thank you.